ਪਿਆਰੇ ਬੱਚਿਓ, ਇਸ ਵੀਡੀਓ ਲੈਕਚਰ ਵਿੱਚ ਮੈਂ ਤੁਹਾਨੂੰ 9ਵੀਂ ਕਲਾਸ ਦਾ ਜੋ ਮੇਨ ਕੋਰਸ ਬੁੱਕ ਦਾ ਲੈਸਨ ਹੈ ਡੈਥ ਆਫ ਅਭਿਮਨਿਊ ਉਹ ਕਰਵਾਉਣ ਜਾ ਰਿਹਾ ਹਾਂ। ਇਸ ਲੈਸਨ ਦੀ ਲਾਈਨ ਟੂ ਲਾਈਨ ਪੰਜਾਬੀ ਮੈਂ ਤੁਹਾਨੂੰ ਕਰਵਾਵਾਂਗਾ ਤੇ ਇਹ ਲੈਸਨ ਤੁਹਾਨੂੰ ਬਹੁਤ ਹੀ ਵਧੀਆ ਸਮਝ ਲੱਗ ਜਾਵੇਗਾ। ਲੈਟਸ ਸਟਾਰਟ। This lesson gives us a glimpse of the great ਮਹਾਭਾਰਤਾ war। ਇਹ ਜੋ ਲੈਸਨ ਹੈ ਸਾਨੂੰ ਕੀ ਦਿੰਦਾ ਹੈ, ਇੱਕ ਝਲਕ ਦਿੰਦਾ ਹੈ ਜੋ ਬਹੁਤ ਹੀ ਮਹਾਨ ਇੱਕ ਮਹਾਭਾਰਤ ਦਾ ਯੁੱਧ ਹੋਇਆ ਜੋ ਸਾਡੇ ਇਤਿਹਾਸ ਵਿੱਚ ਬਹੁਤ ਹੀ ਪ੍ਰਸਿੱਧ ਯੁੱਧ ਹੈ। It contains an account of ਵੀਰ ਅਭਿਮਨਿਊ's death and the way this death was avenged by ਅਰਜੁਨ। ਇਸ ਅਕਾਊਂਟ ਵਿੱਚ ਕੀ ਹੈ ਜੋ ਤੁਹਾਡੇ ਸਿਲੇਬਸ ਵਿੱਚ ਇਹ ਲੈਸਨ ਹੈ, ਇੱਕ ਪਾਰਟ ਹੈ। ਇਹਦੇ ਵਿੱਚ ਤੁਸੀਂ ਕੀ ਦੇਖੋਗੇ, ਵੀਰ ਅਭਿਮਨਿਊ ਜੋ ਕਿ ਅਰਜੁਨ ਦਾ ਪੁੱਤਰ ਸੀ ਉਸ ਦੀ ਮੌਤ ਬਾਰੇ ਤੁਹਾਨੂੰ ਪਤਾ ਲੱਗੇਗਾ ਅਤੇ ਕਿਸ ਤਰ੍ਹਾਂ ਅਭਿਮਨਿਊ ਦੇ ਪਿਤਾ ਅਰਜੁਨ ਨੇ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲਿਆ, ਇਹ ਤੁਹਾਨੂੰ ਦੇਖਣ ਨੂੰ ਮਿਲੇਗਾ। ਹਾਊ ਡਜ਼ ਅਰਜੁਨ ਸੈਟਲ ਸਕੋਰਸ। ਲੈਸਨ ਸਟਾਰਟ ਕਰਨ ਲੱਗਿਆ ਬੇਟਾ ਅੱਗੇ। When Bhishma fell, ਜਦ ਭੀਸ਼ਮ ਡਿੱਗ ਪੈਂਦਾ ਹੈ ਯੁੱਧ ਦੇ ਵਿੱਚ, Karna was chosen to take his place as the commander in chief of the Kaurav army। ਜਦ ਭੀਸ਼ਮ ਯੁੱਧ ਦੇ ਵਿੱਚ ਡਿੱਗ ਪੈਂਦਾ ਹੈ ਤਾਂ ਕਰਨ ਨੂੰ ਚੁਣਿਆ ਜਾਂਦਾ ਹੈ ਕਿ ਉਹ ਕੌਰਵਾਂ ਦੀ ਆਰਮੀ ਦਾ ਕਮਾਂਡਰ ਇਨ ਚੀਫ ਬਣੇ। ਇਹ ਬੇਟਾ ਜੋ ਮਹਾਭਾਰਤ ਦਾ ਯੁੱਧ ਸੀ ਕੌਰਵਾਂ ਅਤੇ ਪਾਂਡਵਾਂ ਦੇ ਵਿੱਚ ਹੋਇਆ ਸੀ। ਬਟ ਹੀ ਡਿਕਲਾਈਨਡ ਦਾ ਆਫਰ ਇਨ ਫੇਵਰ ਆਫ ਦਰੋਣਾ। ਪਰ ਉਸਨੇ ਇਹ ਆਫਰ ਦਰੋਣਾ ਦੇ ਫੇਵਰ ਦੇ ਵਿੱਚ ਇਨਕਾਰ ਕਰ ਦਿੱਤਾ। ਹੂ ਵਾਜ਼ 올ਡਰ ਐਂਡ ਮੋਰ ਐਕਸਪੀਰੀਅੰਸਡ। ਕਰਨ ਨੇ ਕੀ ਕਿਹਾ ਕਿ ਜੋ ਦਰੋਣਾ ਹੈ ਉਹ ਮੇਰੇ ਨਾਲੋਂ ਜ਼ਿਆਦਾ ਵੱਡੇ ਹਨ ਅਤੇ ਜ਼ਿਆਦਾ ਤਜਰਬੇਕਾਰ ਹਨ, ਤੁਸੀਂ ਉਹਨਾਂ ਨੂੰ ਕਮਾਂਡਰ ਇਨ ਚੀਫ ਬਣਾ ਦਿਓ। ਕਰਨ ਨੇ ਆਪ ਕਮਾਂਡਰ ਇਨ ਚੀਫ ਬਣਨ ਤੋਂ ਇਨਕਾਰ ਕਰ ਦਿੱਤਾ। ਕਿਸ ਆਰਮੀ ਦਾ? ਕੌਰਵ ਆਰਮੀ ਦਾ। ਦੁਰਯੋਧਨਾ ਰਿਕੁਐਸਟਡ ਦਰੋਣਾ ਟੂ ਪਲਾਨ ਦਾ ਵਾਰ ਸਟ੍ਰੈਟਜੀ ਇਨ ਸੱਚ ਅ ਵੇ ਦੈਟ ਯੁਧਿਸ਼ਟਰ ਮਾਈਟ ਬੀ ਅਰੈਸਟਡ। ਦੁਰਯੋਧਨ ਜੋ ਕਿ ਕੌਰਵਾਂ ਦਾ ਵੱਡਾ ਭਰਾ ਸੀ ਦੁਰਯੋਧਨ, ਉਸਨੇ ਦਰੋਣਾ ਨੂੰ ਕੀ ਰਿਕੁਐਸਟ ਕੀਤੀ? ਦਰੋਣਾ ਹੁਣ ਕੀ ਕੌਰਵ ਆਰਮੀ ਦਾ ਕਮਾਂਡਰ ਇਨ ਚੀਫ ਹੈ ਅਤੇ ਇਸ ਨੂੰ ਕੀ ਰਿਕੁਐਸਟ ਕੀਤੀ ਕਿ ਯੁੱਧ ਦਾ ਪਲਾਨ, ਯੁੱਧ ਦੀ ਯੋਜਨਾ ਕੁਝ ਇਸ ਢੰਗ ਨਾਲ ਬਣਾਵੇ ਕਿ ਯੁਧਿਸ਼ਟਰ ਨੂੰ ਬੰਦੀ ਬਣਾਇਆ ਜਾ ਸਕੇ। ਯੁਧਿਸ਼ਟਰ ਸਨ ਪਾਂਡਵਾਂ ਦੇ ਵੱਡੇ ਭਰਾ, ਤਾਂ ਕਿ ਯੁਧਿਸ਼ਟਰ ਨੂੰ ਬੰਦੀ ਬਣਾਇਆ ਜਾ ਸਕੇ। ਔਨ ਦਾ 11th day of the war, ਯੁੱਧ ਦੇ 11ਵੇਂ ਦਿਨ ਦਰੋਣਾ ਵੈਂਟ ਟੂ ਦਾ ਬੈਟਲਫੀਲਡ। ਦਰੋਣਾ ਲੜਾਈ ਦੇ ਮੈਦਾਨ ਵਿੱਚ ਜਾਂਦੇ ਹਨ। ਡਿਟਰਮਿਨ ਟੂ ਕੈਪਚਰ ਯੁਧਿਸ਼ਟਰ। ਯੁਧਿਸ਼ਟਰ ਨੂੰ ਬੰਦੀ ਬਣਾਉਣ ਦਾ ਪੱਕਾ ਇਰਾਦਾ ਬਣਾ ਕੇ ਦਰੋਣਾ ਲੜਾਈ ਦੇ ਮੈਦਾਨ ਵਿੱਚ ਜਾਂਦੇ ਹਨ। ਅਰਜੁਨ was informed about the intentions of ਦਰੋਣਾ and he was fully cautious। ਅਰਜੁਨ ਦਰੋਣਾ ਦੇ ਇਹਨਾਂ ਇਰਾਦਿਆਂ ਤੋਂ ਭਲੀ ਭਾਂਤੀ ਜਾਣੂ ਸੀ ਅਤੇ ਪੂਰੀ ਤਰ੍ਹਾਂ ਸਾਵਧਾਨ ਸੀ। In order to engage Arjun away from Yudhishthira, Susharma's sons launched a mighty and reckless attack on Arjun। ਹੁਣ ਅਰਜੁਨ ਨੂੰ ਯੁਧਿਸ਼ਟਰ ਤੋਂ ਪਾਸੇ ਰੱਖਣ ਦੇ ਲਈ ਸੁਸ਼ਰਮਾ ਦੇ ਪੁੱਤਰਾਂ ਨੇ ਇੱਕ ਬਹੁਤ ਹੀ ਜ਼ਬਰਦਸਤ ਅਟੈਕ ਕਰ ਦਿੱਤਾ ਅਰਜੁਨ ਦੇ ਉੱਪਰ, ਤਾਂ ਕਿ ਉਹ ਆਪਣੇ ਬ੍ਰਦਰ ਯੁਧਿਸ਼ਟਰ ਦੀ ਹੈਲਪ ਨਾ ਕਰ ਸਕੇ। ਅਰਜੁਨ that day fought on two fronts। ਅਰਜੁਨ ਉਸ ਦਿਨ ਦੋ ਪਾਸਿਓਂ ਲੜਾਈ ਲੜ ਰਿਹਾ ਸੀ। ਇੱਕ ਤਾਂ ਅਰਜੁਨ ਨੇ ਆਪਣੇ ਵੱਡੇ ਭਰਾ ਯੁਧਿਸ਼ਟਰ ਦੀ ਮਦਦ ਕਰਨੀ ਸੀ, ਉਸ ਦੀ ਰੱਖਿਆ ਕਰਨੀ ਸੀ, ਅਤੇ ਦੂਸਰੇ ਪਾਸੇ ਉਹ ਸੁਸ਼ਰਮਾ's sons ਦੇ ਨਾਲ ਲੜਾਈ ਵੀ ਕਰ ਰਹੇ ਸਨ। His attention and energy were divided। ਅਰਜੁਨ ਦਾ ਜੋ ਧਿਆਨ ਸੀ ਅਤੇ ਊਰਜਾ ਸੀ ਵੰਡੇ ਹੋਏ ਸਨ। The enemy made a desperate attack on Arjun to keep him engaged। ਦੁਸ਼ਮਣ ਨੇ ਅਰਜੁਨ ਉੱਤੇ ਬਹੁਤ ਹੀ ਭਿਆਨਕ ਅਟੈਕ ਕੀਤਾ ਸੀ ਉਸ ਨੂੰ
ਰੁੱਝਿਆ ਰੱਖਣ ਦੇ ਲਈ ਤਾਂ ਕਿ ਉਹ ਯੁਧਿਸ਼ਠਰ ਦੀ ਹੈਲਪ ਨਾ ਕਰ ਸਕੇ। ਅਰਜੁਨ ਫਾਊਂਡ ਇਟ ਡਿਫਿਕਲਟ ਟੂ ਡਾਈਵਰਟ ਹਿਜ਼ ਅਟੈਂਸ਼ਨ ਫਰੋਮ ਦਾ ਡੇਅਰਿੰਗ ਅਟੈਕ। ਅਰਜਨ ਨੂੰ ਇਹ ਬੜਾ ਔਖਾ ਲੱਗ ਰਿਹਾ ਸੀ ਆਪਣਾ ਧਿਆਨ ਡਾਈਵਰਟ ਕਰਨਾ, ਆਪਣਾ ਧਿਆਨ ਵੰਡਣਾ ਇਸ ਬਹੁਤ ਹੀ ਵੱਡੇ ਅਟੈਕ ਦੇ ਤੋਂ, ਕਿਉਂਕਿ ਅਰਜੁਨ ਨੂੰ ਇਹ ਬੜਾ ਮੁਸ਼ਕਿਲ ਲੱਗ ਰਿਹਾ ਸੀ ਉਹ ਕਿਸ ਤਰ੍ਹਾਂ ਆਪਣੇ ਬ੍ਰਦਰ ਯੁਧਿਸ਼ਠਰ ਦੀ ਹੈਲਪ ਕਰੇ, ਉਸਦੀ ਦਰੋਣਾ ਤੋਂ ਕਿਸ ਤਰ੍ਹਾਂ ਰੱਖਿਆ ਕਰੇ, ਕਿਉਂਕਿ ਦਰੋਣਾ ਉਹਨਾਂ ਨੂੰ ਯੁਧਿਸ਼ਠਰ ਨੂੰ ਬੰਦੀ ਬਣਾਉਣਾ ਚਾਹੁੰਦੇ ਸਨ। ਦਰੋਣਾ ਤੋਂ ਬਚਾਉਣਾ ਵੀ ਚਾਹੁੰਦੇ ਸਨ ਅਰਜੁਨ ਆਪਣੇ ਬ੍ਰਦਰ ਨੂੰ, ਅਤੇ ਹੁਣ ਉਹ ਇੱਕ ਸੁਸ਼ਰਮਾ ਸਨਸ ਦੇ ਅਟੈਕ ਦੇ ਵਿੱਚ ਵੀ ਰੁੱਝਿਆ ਹੋਇਆ ਸੀ। ਦਰੋਣਾ ਟੁੱਕ ਐਡਵਾਂਟੇਜ ਆਫ ਦਿਸ ਸਿਚੁਏਸ਼ਨ। ਦਰੋਣਾ ਨੇ ਇਸ ਸਥਿਤੀ ਦਾ ਫਾਇਦਾ ਉਠਾਇਆ ਐਂਡ ਮੇਡ ਅ ਮੋਸਟ ਡਿਟਰਮਿਨਡ ਅਟੈਂਪਟ ਟੂ ਕੈਪਚਰ ਯੁਧਿਸ਼ਠਰ। ਹੁਣ ਬੇਟਾ ਅਰਜੁਨ ਉਸ ਯੁੱਧ ਦੇ ਵਿੱਚ ਸੁਸ਼ਰਮਾ ਸਨਸ ਦੇ ਉਸ ਹਮਲੇ ਦੇ ਵਿੱਚ ਰੁੱਝੇ ਹੋਏ ਸਨ, ਅਤੇ ਦਰੋਣਾ ਨੇ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਯੁਧਿਸ਼ਠਰ ਉੱਪਰ ਹਮਲਾ ਕਰ ਦਿੱਤਾ ਯੁਧਿਸ਼ਠਰ ਨੂੰ ਬੰਦੀ ਬਣਾਉਣ ਦੇ ਲਈ। At this crucial time, Bhima came to rescue of his elder brother. ਇਸ ਮਹੱਤਵਪੂਰਨ ਸਮੇਂ ਦੌਰਾਨ ਬੀਮਾ, ਜੋ ਕਿ ਯੁਧਿਸ਼ਠਰ ਦਾ ਹੀ ਇੱਕ ਭਰਾ ਸੀ, ਅਰਜੁਨ ਅਤੇ ਯੁਧਿਸ਼ਠਰ ਦਾ ਭਰਾ ਸੀ ਭੀਮ, ਉਹ ਆ ਜਾਂਦੇ ਹਨ ਆਪਣੇ ਵੱਡੇ ਭਰਾ ਨੂੰ ਬਚਾਉਣ ਦੇ ਲਈ। Somehow the day was saved by the Pandavas. ਕਿਸੇ ਤਰੀਕੇ ਇਹ ਦਿਨ ਬਚਾ ਲਿਆ ਜਾਂਦਾ ਹੈ ਪਾਂਡਵਸ ਦੇ ਦੁਆਰਾ। On the 11th day of the battle, ਯੁੱਧ ਦਾ ਜਦ 11ਵਾਂ ਦਿਨ 13th day, on the 13th day of the battle, ਯੁੱਧ ਦੇ 13ਵੇਂ ਦਿਨ ਅਰਜੁਨ decided to bring the attack of his enemies to an end. ਅਰਜੁਨ ਕੀ ਫੈਸਲਾ ਕੀਤਾ ਅਰਜੁਨ ਨੇ ਕਿ ਇਸ ਯੁੱਧ ਦਾ ਖਾਤਮਾ ਕੀਤਾ ਜਾਵੇ। Arjun therefore requested Krishna to drive his chariot to the place where Susharma's sons had assembled. ਅਰਜੁਨ ਨੇ ਕ੍ਰਿਸ਼ਨਾ ਨੂੰ ਇਹ ਕਿਹਾ ਕਿ ਉਹ ਉਸ ਦਾ ਰੱਥ ਕਿਸ ਦਿਸ਼ਾ ਵੱਲ ਲੈ ਜਾਣ ਜਿੱਥੇ ਸੁਸ਼ਰਮਾ ਦੇ ਪੁੱਤਰ ਇਕੱਠੇ ਹੋਏ ਹਨ। ਹੁਣ ਵੇਖੋ ਬੇਟਾ, ਜੋ ਕ੍ਰਿਸ਼ਨਾ ਸਨ, ਕ੍ਰਿਸ਼ਨ ਭਗਵਾਨ ਸਨ, ਇਹ ਪਾਂਡਵਾਂ ਦੇ ਕੀ ਸਨ? ਇਹ ਭੂਆ ਦੇ ਲੜਕੇ ਸਨ। ਕੌਰਵਾਂ ਅਤੇ ਪਾਂਡਵਾਂ ਦੇ ਕੀ ਸਨ? ਇਹ ਭੂਆ ਦੇ ਲੜਕੇ ਸਨ ਕ੍ਰਿਸ਼ਨ। ਇਸ ਲਈ ਯੁੱਧ ਦੇ ਵਿੱਚ ਇਹਨਾਂ ਨੇ ਇੱਕ ਨਿਊਟਰਲ ਪਾਰਟ ਅਦਾ ਕੀਤਾ। ਨਾ ਇਹ ਓਪਨਲੀ ਕੌਰਵਾਂ ਦੇ ਵੱਲੋਂ ਲੜ ਰਹੇ ਸਨ ਅਤੇ ਨਾ ਹੀ ਓਪਨਲੀ ਪਾਂਡਵਾਂ ਦੇ ਵੱਲੋਂ ਲੜ ਰਹੇ ਸਨ। ਇਹ ਸਿਰਫ ਸੱਚ ਦਾ ਸਾਥ ਦੇ ਰਹੇ ਸਨ। ਜੋ ਗੱਲ ਸਹੀ ਹੈ ਇਹ ਸਿਰਫ ਉਸ ਦਾ ਹੀ ਸਾਥ ਦੇ ਰਹੇ ਸਨ ਯੁੱਧ ਵਿੱਚ। While Arjun went to fight them, ਜਦ ਅਰਜੁਨ ਲੜਾਈ ਕਰਨ ਦੇ ਲਈ ਜਾਂਦੇ ਹਨ, ਦਰੋਣਾ arranged his army in the shape of a wheel. ਹੁਣ ਦਰੋਣਾ ਨੇ ਕੀ ਕੀਤਾ? ਆਪਣੀ ਆਰਮੀ ਨੂੰ, ਜੋ ਕੌਰਵ ਆਰਮੀ ਸੀ, ਉਸ ਨੂੰ ਇੱਕ ਚੱਕਰ ਦੇ ਰੂਪ ਵਿੱਚ ਖੜਾ ਦਿੱਤਾ। ਭਾਵ ਉਹਨਾਂ ਦਾ ਕਿਸ ਤਰ੍ਹਾਂ ਅਰੇਂਜਮੈਂਟ ਕੀਤਾ? ਇੱਕ ਚੱਕਰ ਦੇ ਰੂਪ ਵਿੱਚ। This was known as ਚੱਕਰ ਵਿਊ। ਇਸ ਨੂੰ ਚੱਕਰ ਵਿਊ ਵੀ ਕਿਹਾ ਜਾਂਦਾ ਹੈ। Only Arjuna, Krishna, Pradamyun and Abhimanyu knew how to pierce through it. ਕੇਵਲ ਅਰਜੁਨ, ਕ੍ਰਿਸ਼ਨ, ਪ੍ਰਦਮਯੁਨ ਐਂਡ ਅਭਿਮਨਯੂ ਇਹੀ ਜਾਣਦੇ ਸਨ ਕਿ ਇਸ ਚੱਕਰ ਵਿਊ ਦੇ ਵਿੱਚ ਦੀ ਕਿਸ ਤਰ੍ਹਾਂ ਦਾਖਲ ਹੋਣਾ ਹੈ। Since Arjun and Pradamyun were fighting far away, ਕਿਉਂਕਿ ਅਰਜੁਨ ਅਤੇ ਪ੍ਰਦਮਯੁਨ ਦੂਰ ਲੜ ਰਹੇ ਸਨ, ਐਂਡ ਕ੍ਰਿਸ਼ਨਾ would not fight, ਅਤੇ ਕ੍ਰਿਸ਼ਨਾ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਕਿ ਇਹਨਾਂ ਨੇ ਪ੍ਰਤਿੱਗਿਆ ਕੀਤੀ ਸੀ ਕਿ ਉਹ ਯੁੱਧ ਨਹੀਂ ਕਰਨਗੇ। ਦਰੋਣਾ tried to entrap Yudhishthira. ਦਰੋਣਾ ਨੇ ਹੁਣ ਕੀ ਕੀਤਾ? ਯੁਧਿਸ਼ਠਰ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ। Yudhishthira called Abhimanyu and asked him if he would be of any help at this moment. ਯੁਧਿਸ਼ਠਰ ਨੇ ਆਪਣੇ ਭਤੀਜੇ ਜਾਨੀ ਕਿ ਅਰਜੁਨ ਦੇ ਪੁੱਤਰ ਅਭਿਮਨਯੂ ਨੂੰ ਕੀ ਕਿਹਾ ਕਿ ਇਸ ਸਮੇਂ ਉਹ ਕੁਝ ਹੈਲਪ ਕਰ ਸਕਦਾ ਹੈ। A brave young boy bubbling with enthusiasm, ਜੋ ਇਹ ਬਹਾਦਰ ਲੜਕਾ ਸੀ ਅਭਿਮਨਯੂ, ਇਹ ਪੂਰੇ ਉਤਸ਼ਾਹ ਦੇ ਨਾਲ ਇੱਕ ਤਰੀਕੇ ਨਾਲ ਕੀ ਹੈ, ਉਬਲ ਹੀ ਰਿਹਾ ਸੀ। Abhimanyu immediately agreed to lead the army and pierce through the Chakravyuh.
ਅਭਿਮਨਿਊ ਤੁਰੰਤ ਸਹਿਮਤ ਹੋ ਗਏ ਟੂ ਲੀਡ ਦਾ ਆਰਮੀ, ਇਸ ਆਰਮੀ ਦੀ ਅਗਵਾਈ ਕਰਨ ਦੇ ਲਈ, ਐਂਡ ਪਾਇਰਸ ਥਰੂ ਦਾ ਚੱਕਰਵਿਊਹ ਨੂੰ ਭੇਜਦੇ ਹੋਏ ਅੰਦਰ ਜਾਣ ਦੇ ਲਈ ਰਾਜੀ ਹੋ ਜਾਂਦੇ ਹਨ। ਅਭਿਮਨਿਊ ਨਿਊ ਓਨਲੀ ਦਾ ਆਰਟ ਆਫ ਐਂਟਰਿੰਗ ਦਾ ਚੱਕਰਵਿਊਹ, ਅਭਿਮਨਿਊ ਕੇਵਲ ਚੱਕਰਵਿਊਹ ਵਿੱਚ ਦਾਖਲ ਹੋਣ ਦੀ ਕਲਾ ਹੀ ਜਾਣਦੇ ਸਨ, ਬਟ ਹੀ ਨਿਊ ਨਥਿੰਗ ਅਬਾਊਟ ਕਾਰਵਿੰਗ ਹਿਜ਼ ਵੇ ਆਊਟ ਆਫ ਇਟ, ਪਰ ਉਹ ਚੱਕਰਵਿਊਹ ਨੂੰ ਭੇਜਦੇ ਹੋਏ ਇਸ ਦੇ ਵਿੱਚੋਂ ਬਾਹਰ ਆਉਣ ਦੀ ਕਲਾ ਨਹੀਂ ਜਾਣਦਾ ਸੀ। ਅਭਿਮਨਿਊ immediately asked his charioteer to drive toward the ਚੱਕਰਵਿਊਹ at the gate। ਹੁਣ ਅਭਿਮਨਿਊ immediately asked the charioteer, ਅਭਿਮਨਿਊ ਨੇ ਤੁਰੰਤ ਆਪਣੇ ਰੱਥ ਵਾਹਕ ਨੂੰ ਕਿਹਾ ਕਿ ਉਹ ਚੱਕਰਵਿਊਹ ਦੇ ਵੱਲ ਰੱਥ ਨੂੰ ਲੈ ਕੇ ਜਾਵੇ। ਐਟ ਦਾ ਗੇਟ ਆਫ ਵਿਚ ਦਰੋਣਾ ਵਾਸ ਸਟੈਂਡਿੰਗ, ਜਿਸ ਗੇਟ ਉੱਪਰ ਦਰੋਣਾ ਖੜੇ ਸਨ, ਰੱਥ ਨੂੰ ਉਸ ਦਿਸ਼ਾ ਵੱਲ ਲਿਜਾਇਆ ਜਾਵੇ। ਯੁਧਿਸ਼ਟਰ ਸੈਂਟ ਅਦਰਸ ਟੂ ਹੈਲਪ ਅਭਿਮਨਿਊ, ਯੁਧਿਸ਼ਟਰ ਨੇ ਹੁਣ ਆਪਣੀ ਆਰਮੀ ਦੇ, ਪਾਂਡਵ ਆਰਮੀ ਦੇ ਕੁਝ ਹੋਰ ਸੈਨਿਕਾਂ ਨੂੰ ਵੀ ਅਭਿਮਨਿਊ ਦੀ ਹੈਲਪ ਦੇ ਲਈ, ਭਾਵ ਆਪਣੇ ਭਤੀਜੇ ਅਭਿਮਨਿਊ ਦੀ ਹੈਲਪ ਦੇ ਲਈ ਭੇਜ ਦਿੱਤਾ। The young lad pounced upon the enemies with great fury, ਜੋ ਇਹ ਜਵਾਨ ਲੜਕਾ ਸੀ ਬਹੁਤ ਹੀ ਗੁੱਸੇ ਨਾਲ ਆਪਣੇ ਦੁਸ਼ਮਣਾਂ ਦੇ ਉੱਪਰ ਅਟੈਕ ਕਰ ਦਿੰਦਾ ਹੈ। ਐਂਡ broke the rings of the ਚੱਕਰਵਿਊਹ, ਅਤੇ ਚੱਕਰਵਿਊਹ ਦੇ ਜੋ ਰਿੰਗਸ ਬਣੇ ਹੋਏ ਸਨ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਦਰੋਣਾ ਨੇ ਕੌਰਵ ਆਰਮੀ ਨੂੰ ਇੱਕ ਚੱਕਰ ਦੇ ਵਿੱਚ ਅਰੇਂਜ ਕੀਤਾ ਸੀ, ਅਤੇ ਉਹਨਾਂ ਚੱਕਰਸ ਨੂੰ ਤੋੜਦਾ ਹੋਇਆ, ਉਹਨਾਂ ਰਿੰਗਸ ਨੂੰ ਤੋੜਦਾ ਹੋਇਆ ਅਭਿਮਨਿਊ ਅੱਗੇ ਵਧਦਾ ਹੈ। ਹੀ ਪਾਇਰਸ ਥਰੂ ਦਾ ਰਿੰਗਸ ਵਨ ਆਫਟਰ ਅਨਦਰ, ਇੱਕ ਤੋਂ ਬਾਅਦ ਦੂਸਰਾ ਰਿੰਗ ਜੋ ਸੀ, ਉਹ ਚੱਕਰ ਸੀ, ਉਸ ਨੂੰ ਤੋੜਦਾ ਹੋਇਆ ਅੱਗੇ ਵਧ ਰਿਹਾ ਸੀ। ਨੋ ਸੂਨਰ ਹੈਡ ਹੀ ਐਂਟਰਡ ਦਾ ਚੱਕਰਵਿਊਹ, ਜਿਉਂ ਹੀ, ਨੋ ਸੂਨਰ ਹੁੰਦਾ ਬੇਟਾ ਜਿਉਂ ਹੀ, ਹੈਡ ਹੀ ਐਂਟਰਡ ਦਾ ਚੱਕਰਵਿਊਹ, ਜਿਉਂ ਹੀ ਉਹ ਚੱਕਰਵਿਊਹ ਵਿੱਚ ਦਾਖਲ ਹੋਇਆ, ਦੈਨ ਦਾ ਕੌਰਵ ਸਰਾਊਂਡਡ ਹਿਮ, ਕੌਰਵਸ ਨੇ ਉਸ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ। ਐਂਡ ਸਟਾਪ ਦਾ ਅਦਰਸ ਵਾਰੀਅਰਸ ਆਫ ਦਾ ਪਾਂਡਵਸ ਆਰਮੀ ਫਰੋਮ ਰੀਚਿੰਗ ਦਾ ਪਲੇਸ ਵੇਅਰ ਅਭਿਮਨਿਊ ਵਾਸ ਫਾਈਟਿੰਗ ਅਲੋਨ, ਅਤੇ ਕੌਰਵਸ ਨੇ ਅਭਿਮਨਿਊ ਨੂੰ ਇਸ ਤਰ੍ਹਾਂ ਘੇਰ ਲਿਆ ਕਿ ਪਾਂਡਵ ਸੈਨਾ ਦੇ ਹੋਰ ਜੋ ਸੈਨਿਕ ਹਨ ਅਭਿਮਨਿਊ ਦੀ ਹੈਲਪ ਕਰਨ ਦੇ ਲਈ ਨਾ ਆ ਸਕਣ। ਸਰਾਊਂਡਡ ਫਰੋਮ ਆਲ ਸਾਈਡਸ ਬਾਈ ਸੱਚ ਐਮੀਨੈਂਟ ਵਾਰੀਅਰਸ, ਹੁਣ ਐਮੀਨੈਂਟ ਹੁੰਦਾ ਬੇਟਾ ਬਹੁਤ ਹੀ ਕੁਸ਼ਲ, ਇਹਨਾਂ ਬੜੇ ਹੀ ਕੁਸ਼ਲ ਯੋਧਿਆਂ ਦੇ ਵਿਚਕਾਰ ਅਭਿਮਨਿਊ ਘਿਰਿਆ ਹੋਇਆ ਸੀ। ਕੌਣ ਸਨ ਉਹ ਯੋਧੇ? ਐਸ ਦਰੋਣਾ, ਕਰਨ, ਦੁਰਯੋਧਨ, ਦੁਸ਼ਾਸਨ ਐਂਡ ਜੈਦਰਥ, ਇਹਨਾਂ ਮਹਾਨ ਯੋਧਿਆਂ ਦੇ ਵਿੱਚ ਬਹੁਤ ਹੀ ਯੋਗ ਇਹ ਯੋਧੇ ਸਨ, ਇਹਨਾਂ ਦੇ ਵਿੱਚ ਅਭਿਮਨਿਊ ਇਕੱਲਾ ਘਿਰਿਆ ਹੋਇਆ ਸੀ। ਅਭਿਮਨਿਊ ਵਿਦਆਊਟ ਦਾ ਲੀਸਟ ਸਾਈਨ ਆਫ ਨਰਵਸਨੈਸ, ਲੀਸਟ ਹੁੰਦਾ ਬੇਟਾ ਬਿਲਕੁਲ ਥੋੜਾ ਜਿਹਾ, ਲੀਸਟ ਸਾਈਨ ਭਾਵ ਇੱਕ ਥੋੜਾ ਜਿਹਾ ਵੀ ਚਿੰਨ ਅਭਿਮਨਿਊ ਦੇ ਚਿਹਰੇ ਦੇ ਉੱਤੇ ਨਰਵਸਨੈਸ ਦਾ, ਬੇਚੈਨੀ ਦਾ ਨਹੀਂ ਸੀ। ਫਾਊਟ ਵਿਦ ਇਨਕ੍ਰੈਡੀਬਲ ਕਰੇਜ ਐਂਡ ਸਕਿੱਲ, ਬਹੁਤ ਹੀ ਜ਼ਿਆਦਾ ਹੌਸਲੇ ਦੇ ਨਾਲ, ਕੁਸ਼ਲਤਾ ਦੇ ਨਾਲ ਅਭਿਮਨਿਊ ਲੜ ਰਿਹਾ ਸੀ। ਦਾ ਕੌਰਵਸ ਵਾਰੀਅਰਸ ਫਾਊਂਡ ਇਟ ਡਿਫਿਕਲਟ ਟੂ ਸਬਡਿਊ ਦਾ ਲੋਨਲੀ ਅਭਿਮਨਿਊ, ਜੋ ਕੌਰਵ ਯੋਧੇ ਸਨ ਉਹਨਾਂ ਨੂੰ ਇਹ ਬੜਾ ਔਖਾ ਲੱਗ ਰਿਹਾ ਸੀ ਅਭਿਮਨਿਊ ਦੇ ਉੱਪਰ ਕਾਬੂ ਪਾਉਣਾ। ਐਟ ਲਾਸਟ ਦੇ ਥਾਟ ਆਫ ਡਿਸਆਰਮਿੰਗ ਹਿਮ ਫਰਸਟ, ਹੁਣ ਕੌਰਵਸ ਨੇ ਕੀ ਸੋਚਿਆ ਕਿ ਸਭ ਤੋਂ ਪਹਿਲਾਂ ਅਭਿਮਨਿਊ ਨੂੰ ਨਿਹੱਥਾ ਕੀਤਾ ਜਾਵੇ। ਡਿਸਆਰਮਿੰਗ ਕੀ ਹੁੰਦਾ ਬੇਟਾ? ਹਥਿਆਰ ਉਸਦੇ ਹੱਥੋਂ ਛੁਡਵਾ ਦੇਣੇ, ਭਾਵ ਉਸ ਨੂੰ ਨਿਹੱਥਾ ਕੀਤਾ ਜਾਵੇ। ਹਿਸ ਬਾਓ ਵਾਸ ਕੱਟ ਇਨਟੂ ਪੀਸਸ, ਬਾਓ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਤੀਰ ਕਮਾਨ ਦੇਖਿਆ ਹੋਣਾ, ਬਾਓ ਹੁੰਦੀ ਹੈ ਕਮਾਨ ਜਿਸ ਵਿੱਚ ਤੀਰ ਨੂੰ ਰੱਖ ਕੇ ਚਲਾਇਆ ਜਾਂਦਾ ਹੈ। ਹਿਸ ਬਾਓ ਵਾਸ ਕੱਟ ਇਨਟੂ ਪੀਸਸ, ਉਸਦੀ ਜੋ ਕਮਾਨ ਸੀ ਉਸਨੂੰ ਟੁਕੜਿਆਂ ਦੇ ਵਿੱਚ ਕੱਟ ਦਿੱਤਾ ਗਿਆ। ਹਿਸ ਸਵੋਰਡ ਵਾਸ ਬ੍ਰੋਕਨ, ਅਭਿਮਨਿਊ ਦੀ ਤਲਵਾਰ ਵੀ ਤੋੜ ਦਿੱਤੀ ਗਈ। ਐਂਡ ਹਿਸ ਕਲਬ ਵਾਸ ਸ਼ੈਟਰਡ, ਕਲਬ ਹੁੰਦਾ ਬੇਟਾ ਗਦਾ, ਗਦਾ ਜੋ ਤੁਸੀਂ ਹਨੂਮਾਨ ਜੀ ਕੋਲ ਦੇਖੀ ਹੈ ਉਸਨੂੰ ਕਹਿੰਦੇ ਹਨ ਕਲਬ, ਗਦਾ, ਅਤੇ ਉਸਦੀ ਜੋ ਗਦਾ ਸੀ ਅਭਿਮਨਿਊ ਦੀ ਉਹ ਵੀ ਚਕਨਾਚੂਰ ਕਰ ਦਿੱਤੀ ਗਈ। ਨਾਓ ਲੈਫਟ ਵਿਦ ਨੋ ਵੈਪਨ, ਹੁਣ ਅਭਿਮਨਿਊ ਕੋਲ ਕੋਈ ਵੀ ਹਥਿਆਰ ਨਾ ਰਿਹਾ। ਹੀ ਫਾਊਟ ਵਿਦ ਦਾ ਵੀਲ ਆਫ ਹਿਸ ਚੈਰਿਟ, ਉਹ ਆਪਣੇ ਜੋ ਰੱਥ ਦਾ ਇੱਕ ਪਹੀਆ ਸੀ, ਵੀਲ ਸੀ, ਉਸ ਦੇ ਨਾਲ ਹੀ ਲੜਿਆ।
ਐਟ ਲਾਸਟ ਦਾ ਵੀਲ ਵਾਜ਼ ਆਲਸੋ ਟੋਰਨ ਇਨਟੂ ਪੀਸਸ। ਅਖੀਰ ਉਹ ਜੋ ਰੱਥ ਦਾ ਟਾਇਰ ਸੀ, ਪਹੀਆ ਸੀ, ਉਹ ਵੀ ਕੀ ਹੈ, ਟੁੱਟ ਜਾਂਦਾ ਹੈ। ਅਨਆਰਮਡ ਐਜ਼ ਹੀ ਵਾਜ਼, ਹੁਣ ਅਭਿਮਨਿਊ ਬਿਲਕੁਲ ਨਿਹੱਥਾ ਸੀ। ਦ ਕੌਰਵਸ ਵਾਰੀਅਰਸ ਕਿਲਡ ਹਿਮ, ਜੋ ਕੌਰਵ ਯੋਧੇ ਸਨ ਉਹਨਾਂ ਨੇ ਅਭਿਮਨਿਊ ਨੂੰ ਮਾਰ ਦਿੱਤਾ। ਦ ਮੋਸਟ ਕਰਿਊਲ ਅਨਪ੍ਰਿੰਸੀਪਲਰ, ਵੀ ਬਹੁਤ ਹੀ ਜ਼ਿਆਦਾ ਜ਼ਾਲਮ ਤਰੀਕੇ ਨਾਲ ਗੈਰ ਸਿਧਾਂਤਿਕ ਐਂਡ ਡਿਸੀਜ਼ਿਵ ਬਲੋ ਵਾਜ਼ ਗਿਵਨ ਬਾਈ ਜੈਦਰਥ, ਅਤੇ ਬੜੇ ਹੀ ਧੋਖੇ ਨਾਲ ਜੋ ਹਮਲਾ ਕੀਤਾ ਗਿਆ ਉਹ ਜੈਦਰਥ ਦੁਆਰਾ ਕੀਤਾ ਗਿਆ ਸੀ। ਦ ਕਿੰਗ ਆਫ ਦ ਸਿੰਧੂਸ ਐਂਡ ਦ ਹਸਬੈਂਡ ਆਫ ਦੁਰਯੋਧਨ ਸਿਸਟਰ। ਬੇਟਾ ਜੈਦਰਥ ਕੌਣ ਸੀ? ਇਹ ਸਿੰਧੂ ਇਲਾਕੇ ਦਾ ਰਾਜਾ ਸੀ ਅਤੇ ਦੁਰਯੋਧਨ ਦੀ ਸਿਸਟਰ ਦਾ ਪਤੀ ਸੀ। ਦੁਰਯੋਧਨ ਬੇਟਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੌਣ ਸੀ, ਕੌਰਵ ਆਰਮੀ ਦੇ ਵਿੱਚ ਜੋ ਕੌਰਵਾਂ ਦਾ ਸਭ ਤੋਂ ਵੱਡਾ ਬ੍ਰਦਰ ਸੀ, ਭਰਾ ਸੀ, ਉਹ ਸੀ ਦੁਰਯੋਧਨ। ਤੇ ਜੈਦਰਥ ਕੌਣ, ਇਹ ਯਾਦ ਰੱਖਣਾ ਬੇਟਾ ਤੁਸੀਂ, ਜੈਦਰਥ ਦੁਰਯੋਧਨ ਦੀ ਸਿਸਟਰ ਦਾ ਪਤੀ ਸੀ, ਜਿਸਨੇ ਅਭਿਮਨਿਊ ਨੂੰ ਬੜੇ ਹੀ ਜ਼ਾਲਮ ਤਰੀਕੇ ਨਾਲ ਮਾਰਿਆ। ਦ ਸਨਸੈਟ, ਸੂਰਜ ਛਿਪ ਜਾਂਦਾ ਹੈ। ਟ੍ਰਿਊਸ ਵਾਜ਼ ਅਨਾਉਂਸਡ, ਟ੍ਰਿਊਸ ਹੁੰਦਾ ਬੇਟਾ ਇੱਕ ਯੁੱਧ ਨੂੰ ਵਿਰਾਮ ਦੇ ਦੇਣਾ ਕੁਝ ਸਮੇਂ ਦੇ ਲਈ। ਕੀ ਹੁੰਦਾ ਸੀ, ਜਦ ਯੁੱਧ ਲੱਗਦਾ ਸੀ ਸ਼ਾਮ ਨੂੰ, ਜਦ ਸੂਰਜ ਛਿਪ ਜਾਂਦਾ ਤਾਂ ਕੁਝ ਸਮੇਂ ਦੇ ਲਈ ਯੁੱਧ ਨੂੰ ਵਿਰਾਮ ਦੇ ਦਿੱਤਾ ਜਾਂਦਾ ਸੀ ਤੇ ਅਗਲੇ ਦਿਨ ਯੁੱਧ ਫੇਰ ਸਟਾਰਟ ਹੋ ਜਾਂਦਾ ਸੀ। ਆਲ ਦ ਵੈਰੀਅਰਸ ਰਿਟਰਨਡ ਟੂ ਦੇਅਰ ਕੈਂਪਸ, ਸਾਰੇ ਯੋਧੇ ਆਪਣੇ ਕੈਂਪਸ ਦੇ ਵਿੱਚ ਵਾਪਸ ਚਲੇ ਜਾਂਦੇ ਹਨ। ਅਰਜੁਨ ਆਲਸੋ ਕੇਮ ਬੈਕ ਆਫਟਰ ਡਿਸਟਰੋਇੰਗ ਸੁਸ਼ਰਮਾ ਸਨਸ, ਅਰਜੁਨ ਵੀ ਸੁਸ਼ਰਮਾ ਦੇ ਪੁੱਤਰਾਂ ਨੂੰ ਮਾਰਦੇ ਹੋਏ ਸ਼ਾਮ ਨੂੰ ਆਪਣੇ ਕੈਂਪ ਵਿੱਚ ਵਾਪਸ ਆ ਜਾਂਦੇ ਹਨ। When the dead body of Abhimanyu with limbs severed from the trunk, ਜਦ ਡੈਡ ਬੋਡੀ ਅਭਿਮਨਿਊ ਦੀ, ਜਿਸ ਤੋਂ ਕੀ ਹੈ ਉਸਦੇ ਬਾਕੀ ਅੰਗ ਅਲੱਗ ਕੀਤੇ ਹੋਏ ਸਨ, ਉਸਦੀ ਧੜ ਤੋਂ ਅਲੱਗ ਕੀਤੇ ਹੋਏ ਸਨ, was brought, ਲਿਆਂਦੀ ਗਈ। there were heart piercing cries in the ਪਾਂਡਵ camp, ਅਤੇ ਇੱਕ ਦਿਲ ਨੂੰ ਤੋੜ ਦੇਣ ਵਾਲੀਆਂ ਚੀਕਾਂ ਸਨ ਪਾਂਡਵਸ ਦੇ ਕੈਂਪ ਦੇ ਵਿੱਚ, ਸਾਰੇ ਹੀ ਰੋ ਰਹੇ ਸਨ। ਅਰਜੁਨ wept bitterly, ਅਰਜੁਨ ਬਹੁਤ ਹੀ ਜ਼ਿਆਦਾ ਭਿਆਨਕ ਤਰੀਕੇ ਨਾਲ ਰੋ ਰਿਹਾ ਸੀ ਕਿਉਂਕਿ ਅਰਜੁਨ ਦੇ ਪੁੱਤਰ ਦੀ ਡੈਥ ਹੋ ਗਈ ਸੀ। so did other ਪਾਂਡਵਸ ਐਂਡ ਕ੍ਰਿਸ਼ਨਾ, ਇਸੇ ਤਰ੍ਹਾਂ ਹੀ ਦੂਸਰੇ ਪਾਂਡਵਸ ਅਤੇ ਕ੍ਰਿਸ਼ਨਾ ਵੀ ਰੋ ਰਹੇ ਸਨ। ਅਰਜੁਨ came to know that in the death of his son, ਅਰਜੁਨ ਨੂੰ ਜਦ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ, the most unscrupulous and mischievous role was played by ਜੈਦਰਥ, ਜਦ ਅਰਜੁਨ ਨੂੰ ਇਹ ਪਤਾ ਲੱਗਿਆ ਨਾ ਕਿ ਉਸਦੇ ਪੁੱਤਰ ਦੀ ਮੌਤ ਦੇ ਪਿੱਛੇ ਬਹੁਤ ਹੀ ਜ਼ਿਆਦਾ ਜੋ ਬੇਸ਼ਰਮੀ ਦੇ ਨਾਲ, ਅਨਸਕ੍ਰਪਲਸ ਕੀ ਹੁੰਦਾ ਬੇਟਾ, ਵੀ ਬਿਨਾਂ ਕਿਸੇ ਸ਼ਰਮ ਤੋਂ ਜੋ ਪਾਰਟ ਅਦਾ ਕੀਤਾ ਗਿਆ ਅਤੇ ਧੋਖੇ ਵਾਲਾ ਰੋਲ ਜੋ ਨਿਭਾਇਆ ਗਿਆ ਉਹ ਜੈਦਰਥ ਦਾ ਸੀ। he took a vow to kill ਜੈਦਰਥ the next day by sunset or kill himself, ਤਾਂ ਅਰਜੁਨ ਨੇ ਕੀ ਪ੍ਰਤਿੱਗਿਆ ਕੀਤੀ ਕਿ ਅਗਲੇ ਦਿਨ ਦੇ ਸੂਰਜ ਛਿਪਣ ਤੱਕ ਜਾਂ ਤਾਂ ਉਹ ਜੈਦਰਥ ਨੂੰ ਮਾਰ ਦੇਵੇਗਾ ਜਾਂ ਆਪ ਆਤਮ ਹੱਤਿਆ ਕਰ ਲਵੇਗਾ। When ਜੈਦਰਥ and the Kauravs came to know about the vow of Arjuna, ਜਦੋਂ ਜੈਦਰਥ ਨੂੰ ਅਤੇ ਕੌਰਵਸ ਨੂੰ ਅਰਜੁਨ ਦੀ ਇਸ ਪ੍ਰਤਿੱਗਿਆ ਬਾਰੇ ਪਤਾ ਲੱਗਿਆ, there was panic in the Kauravs camp, ਤਾਂ ਕੌਰਵਾਂ ਦੇ ਕੈਂਪ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਬਣ ਜਾਂਦਾ ਹੈ। ਜੈਦਰਥ was so terror stricken, ਜੈਦਰਥ ਬਹੁਤ ਹੀ ਜ਼ਿਆਦਾ ਡਰਿਆ ਹੋਇਆ ਸੀ, that he wanted to run away, ਕਿ ਉਹ ਉੱਥੋਂ ਦੌੜ ਜਾਣਾ ਚਾਹੁੰਦਾ ਸੀ। ਦੁਰਯੋਧਨ assured him all protection, ਦੁਰਯੋਧਨ ਨੇ ਉਸਨੂੰ ਪੂਰੀ ਤਰ੍ਹਾਂ ਸੁਰੱਖਿਆ ਦਾ ਵਾਅਦਾ ਕੀਤਾ ਕਿਉਂਕਿ ਇਹ ਜੈਦਰਥ ਕੌਣ ਸੀ, ਦੁਰਯੋਧਨ ਦੀ ਸਿਸਟਰ ਦਾ ਪਤੀ। he made it clear that the entire forces of Kauravs would be dedicated to protect ਜੈਦਰਥ that day, ਦੁਰਯੋਧਨ ਨੇ ਉਸਨੂੰ ਕੀ ਵਿਸ਼ਵਾਸ ਦਿਵਾਇਆ ਕਿ ਕੌਰਵਸ ਦੀ ਪੂਰੀ ਸੈਨਾ ਉਸਦੀ ਰੱਖਿਆ ਦੇ ਲਈ ਨਿਸ਼ਾਵਰ ਰਹੇਗੀ, ਰੱਖਿਆ ਦੇ ਲਈ ਹਾਜ਼ਰ ਰਹੇਗੀ। if they succeeded in protecting ਜੈਦਰਥ that day, ਜੇਕਰ ਉਹ ਉਸ ਦਿਨ ਜੈਦਰਥ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ, ਅਰਜੁਨ would commit suicide, ਅਰਜੁਨ ਨੇ ਆਪਣੇ ਆਪ ਹੀ ਆਤਮ ਹੱਤਿਆ ਕਰ ਲੈਣੀ ਸੀ। this would mean a sure victory for the Kauravs in the war, ਅਤੇ ਫਿਰ ਇਸ ਦਾ ਮਤਲਬ ਕੀ ਹੋਣਾ ਸੀ ਕਿ ਕੌਰਵਾਂ ਦੀ ਜਿੱਤ ਪੱਕੀ ਹੋ ਜਾਣੀ ਸੀ ਇਸ ਯੁੱਧ ਵਿੱਚ, ਕਿਉਂਕਿ ਅਰਜੁਨ ਨੇ ਤਾਂ ਆਪਣੇ ਆਪ ਹੀ ਆਤਮ ਹੱਤਿਆ ਕਰ ਲੈਣੀ ਸੀ। Consequently, Jayadratha was so surrounded and protected by the Kauravs
ਨਤੀਜੇ ਵਜੋਂ ਜੈਦਰਥ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਅਤੇ ਰੱਖਿਆ ਕੀਤੀ ਗਈ ਉਸਦੀ ਕੌਰਵਸ ਦੁਆਰਾ that ਅਰਜੁਨ could never reach him, ਕਿ ਅਰਜੁਨ ਉਸ ਤੱਕ ਨਾ ਪਹੁੰਚ ਸਕੇ। ਅਰਜੁਨ ਫਾਇਰਲੀ ਅਟੈਕ ਦਾ ਕੌਰਵਸ ਦੈਟ ਡੇ, ਅਰਜੁਨ ਨੇ ਬੜੇ ਭਿਆਨਕ ਤਰੀਕੇ ਨਾਲ ਕੌਰਵਾਂ ਦੇ ਉੱਪਰ ਉਸ ਦਿਨ ਅਟੈਕ ਕੀਤਾ। ਹੀ ਫਾਇਰਡ ਥਰੂ ਦਾ ਕੌਰਵਸ ਆਰਮੀ ਥਰੂ ਦਾ ਲਾਈਨਸ ਆਫ ਦੇਅਰ ਐਲੀਫੈਂਟਸ, ਅਰਜੁਨ ਜੋ ਸੀ ਹਾਥੀਆਂ ਦੀਆਂ ਜੋ ਲਾਈਨਾਂ ਬਣੀਆਂ ਹੋਈਆਂ ਸੀ ਕੌਰਵਸ ਆਰਮੀ ਦੇ ਵਿੱਚ, ਹਾਥੀ ਉਹਨਾਂ ਨੇ ਖੜਾਏ ਹੋਏ ਸਨ, ਉਹਨਾਂ ਦੇ ਵਿੱਚ ਦੀ ਉਹਨਾਂ ਨੂੰ ਚੀਰਦਾ ਹੋਇਆ ਅੱਗੇ ਲੰਘ ਰਿਹਾ ਸੀ। ਵੈਰੀਅਰਸ ਆਫ ਦਾ ਕੌਰਵਸ ਰੈਨ ਟੂ ਐਂਡ ਫਰੋ ਇਨ ਗ੍ਰੇਟ ਕਨਫਿਊਜ਼ਨ, ਜੋ ਕੌਰਵਾਂ ਦੇ ਯੋਧੇ ਸਨ ਉਹ ਕੀ ਹੈ ਇੱਧਰ ਉੱਧਰ ਭੱਜ ਰਹੇ ਸਨ। ਟੂ ਐਂਡ ਫਰੋ ਹੁੰਦਾ ਬੇਟਾ ਇੱਧਰ ਉੱਧਰ ਭੱਜਣਾ, ਇਨ ਗ੍ਰੇਟ ਕਨਫਿਊਜ਼ਨ, ਬਹੁਤ ਹੀ ਕਨਫਿਊਜ਼ਨ ਦੇ ਵਿੱਚ ਉਹ ਇੱਧਰ ਉੱਧਰ ਭੱਜ ਰਹੇ ਸਨ। ਕੌਰਵਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰਨ। ਵਿਦ ਹੋਲ ਹਾਰਟ ਡਿਵੋਸ਼ਨ, ਪੂਰੇ ਦਿਲੋਂ ਨਿਸ਼ਾਵਰਪਣ ਦੇ ਨਾਲ, ਟੂ ਦਾ ਕਾਜ਼ ਆਫ ਫਾਈਂਡਿੰਗ ਆਊਟ ਜੈਦਰਥ, ਜੈਦਰਥ ਨੂੰ ਲੱਭਣ ਦੇ ਲਈ ਅਰਜੁਨ ਐਡਵਾਂਸਡ ਅਹੈਡ, ਅਰਜੁਨ ਅੱਗੇ ਵਧਦਾ ਹੈ। ਹੀ ਮੈਟ ਵਿਦ ਟਫ ਰੈਸਿਸਟੈਂਸ ਐਟ ਐਵਰੀ ਸਟੈਪ, ਅਰਜੁਨ ਦਾ ਹਰ ਇੱਕ ਕਦਮ ਤੇ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਂਦਾ ਹੈ ਕੌਰਵਾਂ ਦੁਆਰਾ, ਉਸ ਨੂੰ ਰੋਕਿਆ ਜਾਂਦਾ ਹੈ। ਹੀ ਵਾਸ ਅਪਸੈਟ ਬਿਕੋਜ਼ ਆਫ ਦਾ impregnable opposition of the Kauravas, ਅਰਜੁਨ ਬਹੁਤ ਹੀ ਅਪਸੈਟ ਸੀ। impregnable opposition ਕੀ ਹੁੰਦਾ ਬੇਟਾ, ਸਟਰੋਂਗ ਵਿਰੋਧ, ਜੋ ਕੌਰਵ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਸਨ, ਅਰਜੁਨ ਇਸ ਗੱਲੋਂ ਬਹੁਤ ਜ਼ਿਆਦਾ ਅਪਸੈਟ ਸੀ। ਵਿਦ ਵੈਰੀ ਗ੍ਰੇਟ ਡਿਫਿਕਲਟੀ, ਬਹੁਤ ਹੀ ਮੁਸ਼ਕਿਲ ਦੇ ਨਾਲ ਹੀ ਮੈਨੇਜਡ ਟੂ ਪਾਇਰ ਥਰੂ ਦਾ ਹਾਰਟ ਆਫ ਦਾ ਆਰਮੀ, ਬੜੀ ਮੁਸ਼ਕਿਲ ਨਾਲ ਕੌਰਵ ਆਰਮੀ ਦੇ ਵਿੱਚੋਂ ਦੀ ਜੋ ਅਰਜੁਨ ਹਨ ਲੰਘਣ ਦਾ ਇੰਤਜ਼ਾਮ ਕਰਦੇ ਹਨ, ਕੌਰਵ ਆਰਮੀ ਦੇ ਵਿੱਚ ਦੀ ਲੰਘਦੇ ਹਨ। ਬਟ ਸਡਨਲੀ ਦੁਰਯੋਧਨ ਸਪਰੈਂਗ ਅਪ ਐਂਡ ਚੈਲੰਜਡ ਹਿਮ ਟੂ ਅ ਡਿਊਲ, ਪਰ ਅਚਾਨਕ ਕੀ ਹੁੰਦਾ ਹੈ, ਦੁਰਯੋਧਨ ਅਰਜੁਨ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਅਤੇ ਉਸ ਨੂੰ ਦੋਵੰਦ ਯੁੱਧ ਦੇ ਲਈ ਚੈਲੰਜ ਕਰਦਾ ਹੈ। ਡਿਊਲ ਹੁੰਦਾ ਬੇਟਾ ਦੋਵੰਦ ਯੁੱਧ, ਜੋ ਦੋ ਵਿਅਕਤੀਆਂ ਦੇ ਵਿਚਕਾਰ ਹੁੰਦਾ ਹੈ। ਦੁਰਯੋਧਨ ਅਰਜੁਨ ਨੂੰ ਚੈਲੰਜ ਕਰਦਾ ਹੈ ਕਿ ਉਹ ਉਸ ਦੇ ਨਾਲ ਇਕੱਲੇ ਇਕੱਲੇ ਯੁੱਧ ਕਰੇ। ਅਰਜੁਨ ਮੇਡ ਰਿਪੀਟਡ ਅਟੈਕਸ, ਅਰਜੁਨ ਵੀ ਉਸ ਉੱਤੇ ਬਦਲੇ ਦੇ ਵਿੱਚ ਅਟੈਕ ਕਰਦਾ ਹੈ ਔਨ ਦੁਰਯੋਧਨ ਉੱਪਰ। ਬਟ ਇਟ ਅਪੀਅਰ ਟੂ ਹਿਮ ਦੈਟ ਹਿਸ ਐਰੋਜ਼ ਹੈਡ ਲੋਸਟ ਇਫੈਕਟਿਵਨੈਸ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਅਰਜੁਨ ਦੇ ਜੋ ਤੀਰ ਸਨ ਦੁਰਯੋਧਨ ਉੱਪਰ ਕੋਈ ਵੀ ਅਸਰ ਨਹੀਂ ਕਰ ਰਹੇ ਸਨ। ਦ ਫੈਕਟ ਵਾਸ ਦੈਟ ਦੁਰਯੋਧਨਾ ਵਾਸ ਫਾਈਟਿੰਗ ਵਿਦ ਅ ਮੈਜਿਕ ਆਰਮਰ, ਸੱਚਾਈ ਕੀ ਸੀ ਕਿ ਦੁਰਯੋਧਨ ਇੱਕ ਜਾਦੂਈ ਹਥਿਆਰ ਦੇ ਨਾਲ ਲੜ ਰਿਹਾ ਸੀ। ਔਨ ਹਿਸ ਬੋਡੀ, ਭਾਵ ਉਸਦੇ ਬੋਡੀ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਕਵਚ ਸੀ ਜੋ ਜਾਦੂਈ ਸੀ ਅਤੇ ਦੁਰਯੋਧਨ ਨੂੰ ਅਰਜੁਨ ਦੇ ਤੀਰਾਂ ਤੋਂ ਬਚਾ ਰਿਹਾ ਸੀ। He then started aiming his arrows at the unprotected limbs of ਦੁਰਯੋਧਨਾ, ਤਾਂ ਅਰਜੁਨ ਨੇ ਕੀ ਕੀਤਾ, ਜੋ ਦੁਰਯੋਧਨ ਦੇ ਅਨਪ੍ਰੋਟੈਕਟਡ ਅੰਗ ਸਨ, ਜਿਸ ਦੇ ਉੱਪਰ ਕਵਚ ਨਹੀਂ ਆ ਰਿਹਾ ਸੀ, ਉਹਨਾਂ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੁਰਯੋਧਨਾ was soon exhausted, ਦੁਰਯੋਧਨ ਜਲਦੀ ਹੀ ਥੱਕ ਜਾਂਦਾ ਹੈ ਜਦ ਉਸ ਉੱਪਰ ਉਸਦੇ ਸਰੀਰ ਦੇ ਅਨਪ੍ਰੋਟੈਕਟਡ ਅੰਗਾਂ ਦੇ ਉੱਪਰ ਹਮਲਾ ਹੁੰਦਾ ਹੈ। ਦੁਰਯੋਧਨ ਜਲਦੀ ਹੀ ਥੱਕ ਜਾਂਦਾ ਹੈ। ਇਟ ਵਾਸ ਦਾ ਟਾਈਮ ਵੈਨ ਦਾ ਸ਼ੇਡਸ ਆਫ ਇਵਨਿੰਗ ਸਟਾਰਟਡ ਸਪਰੈਡਿੰਗ ਓਵਰ ਦਾ ਬੈਟਲਫੀਲਡ, ਇਹ ਕੀ ਸਮਾਂ ਸੀ ਜਦੋਂ ਸ਼ਾਮ ਦੀਆਂ ਪਰਛਾਈਆਂ ਲੜਾਈ ਦੇ ਮੈਦਾਨ ਉੱਪਰ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਭਾਵ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਰਜੁਨ ਵਾਸ ਅਵੇਅਰ ਆਫ ਦਾ ਟਾਈਮ ਆਫ ਟ੍ਰਿਊਸ, ਅਰਜੁਨ ਨੂੰ ਪੂਰੀ ਤਰ੍ਹਾਂ ਜਾਣਕਾਰੀ ਸੀ ਕਿ ਯੁੱਧਬੰਦੀ ਦਾ ਸਮਾਂ ਹੋਣ ਵਾਲਾ ਹੈ। ਕ੍ਰਿਸ਼ਨਾ ਵਾਸ ਵਾਚਿੰਗ ਐਵਰੀਥਿੰਗ ਕੇਅਰਫੁਲੀ, ਪਰ ਜੋ ਕ੍ਰਿਸ਼ਨ ਸਨ ਉਹ ਹਰ ਇੱਕ ਚੀਜ਼ ਨੂੰ ਯੁੱਧ ਦੇ ਵਿੱਚ ਜੋ ਵੀ ਹੋ ਰਿਹਾ ਸੀ ਬੜੇ ਧਿਆਨ ਨਾਲ ਦੇਖ ਰਹੇ ਸਨ। He knew that the sun was to set soon, ਉਹ ਜਾਣਦੇ ਸਨ ਕਿ ਸੂਰਜ ਜੋ ਹੈ ਉਹ ਜਲਦੀ ਹੀ ਛਿਪ ਜਾਵੇਗਾ। But before the hour of sunset drew near, ਪਰ ਇਸ ਤੋਂ ਪਹਿਲਾਂ ਕਿ ਜੋ ਸੂਰਜ ਦੇ ਛਿਪਣ ਦਾ ਸਮਾਂ ਸੀ ਉਹ ਨੇੜੇ ਆਉਂਦਾ, ਕ੍ਰਿਸ਼ਨਾ with the help of his power, ਆਪਣੀ ਸ਼ਕਤੀ ਦੀ ਸਹਾਇਤਾ ਦੇ ਨਾਲ, covered the sun with the mist so thick, ਸੂਰਜ ਨੂੰ ਇੱਕ ਧੁੰਦ ਦੇ ਨਾਲ, ਬਹੁਤ ਹੀ ਸੰਘਣੀ ਧੁੰਦ ਦੇ ਨਾਲ ਛੁਪਾ ਦਿੱਤਾ। that none could know when the sun set that day, ਕਿ ਕੋਈ ਵੀ ਨਾ ਜਾਣ ਸਕਿਆ ਉਸ ਦਿਨ ਸੂਰਜ ਕਦ ਛਿਪਿਆ। The fighting continued, ਲੜਾਈ ਲਗਾਤਾਰ ਚੱਲਦੀ ਰਹੀ। with fresh courage and strength, ਹੋਰ ਜ਼ਿਆਦਾ ਕਰੇਜ ਦੇ ਨਾਲ, ਹੌਸਲੇ ਨਾਲ, ਤਾਕਤ ਨਾਲ, he jumped into the fray, ਉਹ
ਉਸ ਲੜਾਈ ਦੇ ਵਿੱਚ ਕੁੱਦ ਜਾਂਦਾ ਹੈ। ਅਰਜੁਨ ਉਸ ਲੜਾਈ ਦੇ ਵਿੱਚ, ਉਸ ਦੰਗੇ ਦੇ ਵਿੱਚ ਕੁੱਦ ਜਾਂਦਾ ਹੈ। ਐਂਡ ਐਟ ਲਾਸਟ ਮੈਨੇਜਡ ਟੂ ਰੀਚ ਦਾ ਸੈਂਟਰ ਆਫ ਦਾ ਆਰਮੀ, ਅਤੇ ਅਖੀਰ ਵਿੱਚ ਆਰਮੀ ਦੇ ਜੋ ਕੌਰਵ ਆਰਮੀ ਸੀ ਉਸ ਦੇ ਵਿਚਕਾਰ ਪਹੁੰਚਣ ਦੇ ਵਿੱਚ ਸਫਲ ਹੋ ਜਾਂਦਾ ਹੈ। ਫਾਰਮੇਸ਼ਨ, ਆਰਮੀ ਫਾਰਮੇਸ਼ਨ ਜੋ ਸੀ ਇਹ, ਵੇਅਰ ਜੈਦਰਥ ਹਿਡ ਇਨ ਗ੍ਰੇਟ ਟੈਰਰ, ਜਿੱਥੇ ਜੈਦਰਥ ਬਹੁਤ ਹੀ ਡਰ ਦੇ ਨਾਲ ਛੁਪਿਆ ਹੋਇਆ ਸੀ। ਸਾਈਟਿੰਗ ਜੈਦਰਥ ਦੇਅਰ, ਜੈਦਰਥ ਨੂੰ ਉੱਥੇ ਦੇਖਦੇ ਹੋਏ ਅਰਜੁਨ ਸ਼ਾਟ ਹਿਜ਼ ਐਰੋਜ਼ ਵਿਦ ਟੈਰੀਫਿਕ ਸਪੀਡ, ਅਰਜੁਨ ਨੇ ਬੜੀ ਹੀ ਤੇਜ਼ ਸਪੀਡ ਨਾਲ ਆਪਣੇ ਤੀਰ ਜੈਦਰਥ ਉੱਪਰ ਚਲਾਏ। ਦੇ ਸਲੈਸ਼ਡ ਦਾ ਹੈਡ ਆਫ ਜੈਦਰਥ ਫਰੋਮ ਹਿਜ਼ ਬੋਡੀ, ਉਹਨਾਂ ਅਰਜੁਨ ਦੇ ਤੀਰਾਂ ਦੇ ਨਾਲ ਜੋ ਜੈਦਰਥ ਦਾ ਹੈਡ ਸੀ ਉਸਦੀ ਬੋਡੀ ਤੋਂ ਅਲੱਗ ਹੋ ਜਾਂਦਾ ਹੈ। ਦਸ ਦਾ ਡੈਥ ਆਫ ਅਭਿਮਨਿਊ ਵਾਜ਼ ਅਵੈਂਜਡ, ਇਸ ਤਰ੍ਹਾਂ ਅਭਿਮਨਿਊ ਦੀ ਮੌਤ ਦਾ ਬਦਲਾ ਲੈ ਲਿਆ ਜਾਂਦਾ ਹੈ। ਐਂਡ ਅਰਜੁਨ ਫੁਲਫਿਲਡ ਹਿਜ਼ ਵਾਓ, ਅਤੇ ਅਰਜੁਨ ਨੇ ਆਪਣੀ ਪ੍ਰਤਿਗਿਆ ਪੂਰੀ ਕੀਤੀ। ਜੈਦਰਥ ਵਿਦ ਆਲ ਦਾ ਕੇਅਰ ਐਂਡ ਪ੍ਰੋਟੈਕਸ਼ਨ ਗਿਵਨ ਬਾਈ ਦਾ ਕੌਰਵਸ ਕੁਡ ਨਾਟ ਬੀ ਸੇਵਡ, ਜੈਦਰਥ ਨੂੰ ਇੰਨੀ ਜ਼ਿਆਦਾ ਕੌਰਵਾਂ ਦੀ ਜੋ ਪ੍ਰੋਟੈਕਸ਼ਨ ਸੀ, ਕੌਰਵਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਸੁਰੱਖਿਆ ਦਿੱਤੀ, ਪਰ ਫਿਰ ਵੀ ਜੈਦਰਥ ਨੂੰ ਬਚਾਇਆ ਨਾ ਜਾ ਸਕਿਆ। An adaptation from the Mahabharata as retold by S.B. Srivastava, a reader at Rani Durgavati University, ਜਬਲਪੁਰ। ਇਹ ਬੇਟਾ ਕੀ ਹੈ, ਇੱਕ ਪਾਰਟ ਹੈ ਜੋ ਕੀ ਹੈ ਦੁਬਾਰਾ ਆਪਣੇ ਲੈਂਗੁਏਜ ਦੇ ਵਿੱਚ ਆਪਣੇ ਤਰੀਕੇ ਨਾਲ ਦੁਬਾਰਾ ਦੱਸਿਆ ਗਿਆ ਹੈ S.B. ਸ਼੍ਰੀਵਾਸਤਵਾ ਦੁਆਰਾ, ਜੋ ਕੀ ਹੈ ਇੱਕ ਰੀਡਰ ਹਨ ਰਾਣੀ ਦੁਰਗਾਵਤੀ ਯੂਨੀਵਰਸਿਟੀ ਜਬਲਪੁਰ ਦੇ। ਮਹਾਭਾਰਤ ਦੇ ਵਿੱਚੋਂ ਇਹ ਇੱਕ ਪਾਰਟ ਲਿਆ ਗਿਆ ਹੈ ਅਭਿਮਨਿਊ ਦੀ ਡੈਥ ਬਾਰੇ। Okay students, I hope you have understood this lesson. Okay, goodbye.